गुरबाणी विचार सरवण करिए जी। वाहिगुरु जी का खालसा, वाहिगुरु जी की फतेह। गुर गोबिंद गोपाल गुर, गुर पूरन नारायण है। गुर दयाल समरथ गुर, गुर नानक पतत उदाहरण है। चवर छतर तखत दे मालक साहिब श्री गुरु ग्रंथ साहिब जी, तिन्हां दी पवित्र हजूरी विच सुभायमान गुरु प्यारी खालसा साध संगत जी फतेह प्रवान करो। वाहिगुरु जी का खालसा, वाहिगुरु जी की फतेह। धन धन श्री गुरु हरकृष्ण साहिब सच्चे पातशाह जी दे पवित्र स्थान गुरुद्वारा श्री बंगला साहिब दिल्ली विखे आप सरबत संगतां हाजरीन हो। सिंह साहब ज्ञानी रणजीत सिंह हुणा ने तुर्की बाणी का पवित्र फुरमान आप संगत नूं सरवण करवाया है। आओ उस अगम्मी बाणी दी विचार दे नाल जुड़ के समय नूं जीवन नूं सफला करिए। सतनाम श्री वाहिगुरु साहब जी। कबीरा एक अचंभव देखियो, हीरा हाट बिकाए, बंजन हारे बाहरा, कौडी बदल जाए। भगत कबीर जी का यह श्लोक श्री गुरु ग्रंथ साहिब महाराज जी के 1372 अंग उपर दर्ज है। इत्थे जिहड़े अल्फाज कबीर जी ने वरते ने, अचंभव, कोई असंभव जही घटना होनी, हैरान करन वाली घटना होनी और उस घटना का हो जाना। अगे हीरा लफ्ज वरतते ने, अमोलक रतन जो है जिसकी चमक बड़ी है, मुल बड़ा है, शीशे नूं चीरन वाला है। हाट कहंदे ने हट नूं, दुकान नूं। बिकाए दा मतलब है विक जाना। कहंदे बड़ा अचंभा है, बड़ी हैरानी दी गल है, हीरा आम ही दुकानां ते विक रहा है। हुण ये आपां भी जानते हैं, बेशकीमती है हीरा। सुनियारियां दे पास, पारखुआं दे पास होया करदा है, उहदी कीमत जानते ने, बड़ा हिफाजत विच रखते ने। किते आम दुकानां ते जां मंडी विच थोड़ा हीरे विकदे ने। इहदा भाव समझियो। पहला पक्ष ते इह है, ये जिहड़ा ज्ञान है अध्यात्मिकता दा, ये हीरा है जिहदा कोई मुल नहीं है। कई बार असीं जदों केवल माया दी खातर ये ज्ञान वंडदे हैं ना, जां प्रचार करते हैं,
ਤੇ जिसने समागम करवाया हुंदा है, जो उपदेश सुनदा है, वो अनअधिकारी हुंदा है। भाव ਉਹਦੇ ਵਿੱਚ ਕੋਈ ਸ਼ਰਧਾ ਨਹੀਂ ਹੁੰਦੀ, ਭਾਵਨਾ ਨਹੀਂ ਹੁੰਦੀ। ਅਸਲ ਗਿਆਨ ਦਾ ਮੁੱਲ ਸ਼ਰਧਾ ਹੈ, ਭਾਵਨਾ ਹੈ। ਤੇ ਜੇ ਕੇਵਲ ਮਾਇਆ ਦੀ ਖਾਤਰ ਗਿਆਨ ਅਸੀਂ ਵੰਡ ਰਹੇ ਹਾਂ, ਸਾਹਮਣੇ ਵਾਲਾ ਅਧਿਕਾਰੀ ਨਹੀਂ ਸੀ, ਭਾਵਨਾ ਨਹੀਂ ਸੀ ਉਹਦੇ ਵਿੱਚ, ਸ਼ਰਧਾ ਨਹੀਂ ਸੀ, ਤੇ ਇਹ ਇਉਂ ਹੈ ਵੀ ਜਿਵੇਂ ਉਹ ਹੀਰਾ ਸਬਜ਼ੀ ਮੰਡੀ 'ਚ ਹੀ ਵੇਚ ਦਿੱਤਾ ਹੋਵੇ ਅਸੀਂ, ਜਿੱਥੇ ਕੋਈ ਅਧਿਕਾਰੀ ਨਹੀਂ ਹੈ, ਜਿੱਥੇ ਕੋਈ ਖਰੀਦਣ ਦੇ ਕਾਬਲ ਹੀ ਨਹੀਂ ਹੈ, ਜਿੱਥੇ ਕੋਈ ਇਹਦੀ ਕੀਮਤ ਉਤਾਰ ਹੀ ਨਹੀਂ ਸਕਦਾ। ਸੋ ਗਿਆਨ ਦੀ ਕੀਮਤ ਭਾਵਨਾ ਹੈ, ਸ਼ਰਧਾ ਹੈ, ਪੈਸਾ ਨਹੀਂ। ਪਰ ਕਬੀਰ ਜੀ ਕਹਿੰਦੇ ਇਹ ਪੰਡਤ ਆਦਿਕ ਲੋਕ ਪੈਸੇ ਲੈ ਕੇ ਹੀ ਗਿਆਨ ਵੇਚ ਰਹੇ ਨੇ, ਇਹ ਦੇਖਦੇ ਹੀ ਨਹੀਂ ਸਾਹਮਣੇ ਵਾਲਾ ਅਧਿਕਾਰੀ ਹੈ ਵੀ ਜਾਂ ਅਨਅਧਿਕਾਰੀ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਬਨਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਹੁਣ ਜਦੋਂ ਹੀਰੇ ਦੀ ਪਹਿਚਾਣ ਨਾ ਹੋਵੇ ਤੇ ਉਹ ਕੱਚ ਦੇ ਭਾਅ ਕੌਡੀਆਂ ਵਿੱਚ ਹੀ ਵਿਕ ਜਾਂਦਾ ਹੈ। ਜਦੋਂ ਅਸੀਂ ਗਿਆਨ ਪੈਸੇ ਲੈ ਕੇ ਵੇਚਦੇ ਹਾਂ, ਸ਼ਰਧਾ ਰੂਪੀ ਮੁੱਲ ਜਗਿਆਸੂ ਜੇ ਨਾ ਤਾਰੇ ਤੇ ਕਹਿੰਦੇ ਤੇ ਕੌਡੀਆਂ ਦੇ ਭਾਅ ਹੀ ਤੂੰ ਗਿਆਨ ਵੇਚ ਦਿੱਤਾ ਹੈ। ਬੰਜਨਹਾਰਾ ਵਪਾਰੀ ਨੂੰ ਕਿਹਾ ਜਾਂਦਾ ਹੈ। ਬਾਹਰਾ ਦਾ ਮਤਲਬ ਹੈ ਬਗੈਰ। ਜਿਹੜੀ ਕੌਡੀ ਹੈ ਨਾ, ਇਹ ਪੁਰਾਣੇ ਸਮੇਂ ਦੇ ਵਿੱਚ ਸਿੱਕਿਆਂ ਵਜੋਂ, ਮਾਇਆ ਵਜੋਂ ਪ੍ਰਚਲਿਤ ਸੀ ਕਈ ਦੇਸ਼ਾਂ ਦੇ ਵਿੱਚ। ਸਮੁੰਦਰ ਵਿੱਚ ਇੱਕ ਛੋਟਾ ਜਿਹਾ ਜੀਵ ਹੁੰਦਾ ਹੈ, ਇਹ ਉਹਦੇ ਰਹਿਣ ਦਾ ਘਰ ਹੁੰਦਾ ਹੈ, ਚੂਨੇ ਤੋਂ ਬਣੀ ਹੁੰਦੀ ਹੈ ਕੌਡੀ, ਔਰ ਤਕਰੀਬਨ ਇੱਕ ਪੈਸੇ ਦੀਆਂ ਲਗਭਗ 64 ਦੇ ਕਰੀਬ ਕੌਡਾਂ ਹੁੰਦੀਆਂ ਸਨ। ਸੋ ਇਹ ਕਰੰਸੀ ਹੈ ਬੜੀ ਗਰੀਬੀ ਦਾਵੇ ਵਾਲੀ। ਹੁਣ ਮਹਾਰਾਜ ਕਬੀਰ ਜੀ ਇਹ ਸਮਝਾਉਂਦੇ ਨੇ, ਗਿਆਨ ਰੂਪੀ ਜਿਹੜਾ ਹੀਰਾ ਹੈ, ਅਸਲ ਵਪਾਰੀ ਤੋਂ ਬਿਨਾ, ਭਾਵਨਾ ਵਾਲੇ ਤੋਂ ਬਿਨਾ ਜੇ ਤੂੰ ਅਨਅਧਿਕਾਰੀ ਨੂੰ ਦੇ ਦਵੇਂਗਾ, ਇਹਦਾ ਅਸਲ ਮੁੱਲ ਜੋ ਭਾਵਨਾ ਹੈ, ਸ਼ਰਧਾ ਹੈ, ਉਹ ਤੈਨੂੰ ਪ੍ਰਾਪਤ ਨਹੀਂ ਹੋਵੇਗਾ। ਤੇ ਇਉਂ ਸਮਝ ਲਈ ਪੈਸੇ ਲਈ ਗਿਆਨ ਵੇਚਿਆ, ਇਹ ਕੌਡੀਆਂ ਦੇ ਭਾਅ ਇਹ ਹੀਰਾ ਚਲਿਆ ਗਿਆ। ਦੂਸਰਾ ਪੱਖ ਇਹਦਾ ਇਹ ਹੈ, ਇਹ ਜਿਹੜਾ ਸਰੀਰ ਹੈ ਨਾ, ਇਹ ਬੇਸ਼ਕੀਮਤੀ ਹੀਰਾ ਹੈ ਜਿਹਦਾ ਮੁੱਲ ਹੀ ਕੋਈ ਨਹੀਂ ਹੈ। ਅਸੀਂ ਕੌਡੀਆਂ ਇਕੱਠੀਆਂ ਕਰਨ ਵਿੱਚ ਹੀ ਗਲਤਾਨ ਕਰ ਲਿਆ, ਮੋਹ ਮਾਇਆ ਵਿੱਚ ਪਏ ਰਹੇ, ਵਿਕਾਰਾਂ ਦੇ ਵਿੱਚ ਹੀ ਗਲਤਾਨ ਕਰ ਲਿਆ। ਅਸਲ ਜੋ ਇਹਦਾ ਮੁੱਲ ਸੀ ਨਾ, ਉਹ ਸੀ ਪਰਮਾਤਮਾ ਦੀ ਪ੍ਰਾਪਤੀ ਕਰਨੀ, ਫਿਰ ਇਹ ਜੀਵਨ ਸਫਲਾ ਸੀ। ਹੁਣ ਕਹਿੰਦੇ ਕੌਡੀਆਂ ਦੇ ਭਾਅ ਹੀ ਚਲਿਆ ਗਿਆ, ਮਾਇਆ ਇਕੱਠੀ ਕਰਦਾ ਰਿਹਾ ਹੈ। ਬਾਣੀ ਦਾ ਫਰਮਾਨ ਹੈ, ਖਸਮ ਵਿਸਾਰ ਆਨ ਕੰਮ ਲਾਗੈ ਹੈ, ਕੌਡੀ ਬਦਲੇ ਰਤਨ ਤਿਆਗੈ ਹੈ। ਇਸ ਜਾਮੇ ਨਾਲ, ਇਸ ਸਰੀਰ ਦੇ ਨਾਲ ਜਿਹੜੇ ਪਰਮਾਤਮਾ ਨੂੰ ਕਮਾਉਣ ਦੀ ਜਗ੍ਹਾ ਉੱਤੇ ਹੋਰ ਪਦਾਰਥਾਂ ਨੂੰ ਕਮਾਉਣ ਵਿੱਚ ਲੱਗੇ ਰਹੇ, ਨਿਰੰਕਾਰ ਨੂੰ ਕਮਾਉਣ ਦੀ ਜਗ੍ਹਾ ਤੇ ਸੰਸਾਰ ਜਿਹੜੇ ਕਮਾਉਂਦੇ ਰਹੇ, ਇਉਂ ਸਮਝ ਲਓ ਉਹਨਾਂ ਹੀਰਾ ਛੱਡ ਦਿੱਤਾ, ਪਰਮਾਤਮਾ ਛੱਡ ਦਿੱਤਾ, ਮਾਇਆ ਕੱਚ ਦੇ ਵਪਾਰ ਵਿੱਚ ਹੀ ਜੀਵਨ ਬਤੀਤ ਕਰ ਲਿਆ। ਭਾਈ ਸਾਹਿਬ ਭਾਈ ਨੰਦ ਲਾਲ ਦੀਆਂ ਰੂਬਾਈਆਂ ਨੇ, ਉਹ ਮਹਾਂਪੁਰਸ਼ ਕਹਿੰਦੇ ਨੇ, ਕੋਰ ਅਸ਼ਤ ਹਰਾਂ ਦੀਦ ਹੈ ਕਿ ਹਕ ਰਾ ਨਾ ਸ਼ਨਾਖਤ, ਈ ਉਮਰੇ ਗਿਰਾ ਮਾਇਆ ਬਗਫਲਤ ਦਰਬਾਖਤ।
ओ गिरियां कुना आमदो बा हसरत मुरद, अफसोस दरी आमदो शुद्ध, कारे ना साखत। उस रुबाई विच महापुरुष कहते ने वो सब अखां अन्नियां ने जिन्हां ने वाहिगुरू नूं पछाणिया नहीं है, जिन्हां ने सारा जीवन ये नदर माया ते ही ला छड्डी। अमोलक उम्र जिहड़ी सी गफलत दी नींदे ओ गवा लई, लापरवाही विच लंघा दित्ती। कहंदे देख रोंदा दुनिया ते आया सी, क्योंकि मसां ते आजाद होया सी मां दे गर्भ चों, 9-10 महीने पुठा लड़किया सी, आजादी मिली सी और दुनिया ते आ गया। और सारा जीवन माया इकट्ठी करन विच लगा रहा। बड़ियां आसा सन, हसरतां विच, अफसोस विच ही जीवन लंघ गया, क्योंकि जिन्नियां इच्छावां हुंदियां ने भी मिल जावे वो भी पूरियां ते हुंदियां नहीं। कहंदे इदां ही लंघ गया जीवन, अफसोस विच कहंदे मोया। हुण कहंदे आवागमन विच पै जावेगा, क्योंकि परलोक दा साथी जो गुरु परमेश्वर सी उहदे नाल यारी पाई नहीं। सारा जीवन कौडियां कट्ठियां करदा रहा, मोह माया विच फसिया रहा, अकाल पुरख रूपी रतन नूं गवा दिता। वो जो काम आउण वाला सी उहनूं भुला दिता। रतन त्याग कौडी संग रचै, साच छोड़ झूठ संग मचै, छोड़ जाए तिसका श्रम करै, संग सहाई तिस पर हरै, अंधकूप मह पतत बिकराल, नानक काढ़ लेहो प्रभ दयाल। महाराज कहंदे ने देख श्रम कादे पिछे कीता, मेहनत केदे पिछे कीती, कहंदे झूठ पिछे, माया पिछे, जो सदा रहनी नहीं सी कोल। ते जो रहन वाला सी, जिसने ये किरपा कीती, ये जीवन दिता, ये परिवार दिता, सुख सहूलतां दित्तियां, जो सहायता करन वाला सी, तिस पर हराए, उस परमात्मा नूं हीरे नूं परां सुट दिता। कच दे वपार विच जीवन लंघ गया। ऐसा माया दे खूह विच डिग्या है। कहंदे तरला लिया कर अकाल पुरख दा, गुरु नानक दा, रख लै बचाउणा कर, रोगां विच सोगां विच मिट रहे हां। ते जे ओदी किरपा हो जावे, जाका अंतर बसै प्रभ आप, नानक ते जन सहज समात। परमात्मा तुहाडे अंदर टिका दवेगा पूरा गुरु। जिन्हां अंदर परमेश्वर टिक गया, परमात्मा दा ही रूप हो गए, सहज विच चले गए, शांति विच चले गए, ज्ञान विच चले गए, परमेश्वर दा रूप हो गए, आवागमन मिट गया। क्योंकि संसार दा मोह संसार ते जूना विच लै आउंदा है। अकाल पुरख दा, राम दा, निरंकार दा मोह ਉਹਦੇ ਚਰਨਾਂ ਵਿੱਚ ਨਿਵਾਸ ਦਿਵਾਉਂਦਾ ਹੈ, ਤੇ ਨਿਰੰਕਾਰ ਨਾਲ ਮੋਹ ਉਹਦਾ ਹੀ ਪਵੇਗਾ ਜਿਹੜਾ ਗੁਰੂ ਦੀ ਸ਼ਰਨ ਆਵੇਗਾ। ਤੇ ਜਿਸ ਨੇ ਪਰਮੇਸ਼ਵਰ ਪ੍ਰਾਪਤ ਕਰ ਲਿਆ, ਅਸਲ ਉਹਦਾ ਜੀਵਨ ਹੀਰੇ ਵਾਲਾ ਹੈ। ਬਾਕੀ ਤੇ ਆਪਾਂ ਸਾਰੇ ਕੌਡੀਆਂ ਦੇ ਭਾਈ ਜੀਵਨ ਨੂੰ ਗਵਾ ਰਹੇ ਹਾਂ। ਸੋ ਕਬੀਰ ਜੀ ਕਹਿੰਦੇ ਜਿੱਥੇ ਅਧਿਕਾਰੀ ਹੋਵੇ ਨਾ, ਜਿੱਥੇ ਭਾਵਨਾ ਵਾਲਾ ਹੋਵੇ, ਉੱਥੇ ਗਿਆਨ ਦੀ ਗੱਲ ਕਰ, ਉੱਥੇ ਪ੍ਰਚਾਰ ਕਰ। जिथे अधिकारी नहीं है, केवल पैसे ते तैनू खरीद रहा है, कहते जाई गवा रहा कौडियां दे भा तू, ये महान ज्ञान, ये बाणी दा ज्ञान। सो इस ज्ञान दी, बाणी दी, प्रचार दी कीमत कोई नहीं है, ना कोई तार ही सकता है। हाँ जग्यासू है, यदी कीमत शरधा है, भावना है। सो दीन दुनिया दे मालक गुरु ग्रंथ साहिब पातशाह दे अंदर अगला जो भगत जी का श्लोक है, उहदे राही फुरमान करते हैं, कबीरा जहाँ ज्ञान तह धर्म है, जहाँ झूठ तह पाप। इथे
ਗਿਆਨ ਲਫ਼ਜ਼ ਵਰਤਿਆ ਹੈ। ਗਿਆਨ ਦਾ ਭਾਵ ਹੈ ਬੋਧ, ਇਲਮ। ਇੱਕ ਦੁਨਿਆਵੀ ਗਿਆਨ ਹੈ ਜੋ ਸਕੂਲਾਂ ਕਾਲਜਾਂ 'ਚ ਤੂੰ ਪੜ੍ਹਦਾ ਹੈ, ਜੀਵਨ ਜਾਚ ਆ ਜਾਵੇ, ਰਹਿਣਾ ਸਹਿਣਾ ਆ ਜਾਵੇ, ਤੂੰ ਗਿਆਨ ਹਾਸਲ ਕਰ ਲਿਆ। ਇੱਕ ਬ੍ਰਹਮ ਦਾ ਗਿਆਨ ਹੈ, ਪਰਮੇਸ਼ਵਰ ਦਾ ਗਿਆਨ ਹੈ। ਅੱਗੇ ਲਫ਼ਜ਼ ਹੈ ਧਰਮ। ਧਰੀ ਧਾਤੂ ਤੋਂ ਬਣਿਆ ਹੈ, ਭਾਵ ਸਹਾਰਾ, ਨੇਕੀ, ਫਰਜ਼, ਮਰਿਆਦਾ। ਹੁਣ ਹਰ ਧਰਮ ਦੇ ਕੁਝ ਨਾ ਕੁਝ ਸਿਧਾਂਤ ਹੁੰਦੇ ਨੇ, ਰਹਿਤਨਾਮੇ ਹੁੰਦੇ ਨੇ, ਜਿਹੜਾ ਉਹਨਾਂ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ, ਧਰਮੀ ਅਖਵਾਉਂਦਾ ਹੈ। ਸਿੱਖ ਜਗਤ ਦਾ ਜਿਹੜਾ ਸਿਧਾਂਤ ਹੈ ਉਹ ਇਹ ਹੈ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕਹਿੰਦੇ ਅਕਾਲ ਪੁਰਖ ਦਾ ਨਾਮ ਜਪ ਤੇ ਚੰਗੇ ਕਰਮ ਕਰਿਆ ਕਰ, ਕਿਸੇ ਦਾ ਹੱਕ ਨਾ ਮਾਰ, ਮੁਰਦਾਰ ਨਾ ਖਾ, ਕਿਸੇ ਦਾ ਦਿਲ ਨਾ ਦੁਖਾ, ਪਾਪ ਨਾ ਕਰ, ਸ਼ੁਭ ਕਰਮ ਕਰ। ਜਿਵੇਂ ਬਾਣੀ ਚਾਹੁੰਦਾ ਨਾ, ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ। ਕਹਿੰਦੇ ਜੇ ਪਾਪ ਕਮਾਉਣ ਨੂੰ ਮਨ ਕਰਦਾ ਹੈ ਤੇ ਢਿੱਲਾ ਪੈ ਜਾ, ਸਮਾਂ ਟਲ ਜਾਵੇ ਤੇ ਚੰਗਾ ਹੈ। ਤੇ ਜੇ ਪੁੰਨ ਕਮਾਉਣ ਨੂੰ ਚਿੱਤ ਕਰਦਾ ਹੈ, ਕਿਸੇ ਦੀ ਸਹਾਇਤਾ ਕਰਨ ਨੂੰ ਚਿੱਤ ਕਰਦਾ ਹੈ, ਚੰਗਾ ਕਰਮ ਕਰਨ ਨੂੰ ਚਿੱਤ ਕਰਦਾ ਹੈ, ਤੇ ਜਲਦੀ ਨਾਲ ਭਲਾ ਕਰਮ ਕਰ, ਨਾਮ ਨੂੰ ਦ੍ਰਿੜ ਰੱਖ, ਲੋਭ ਨੂੰ ਛੱਡਣਾ ਕਰ। ਅੱਛਾ, ਧਰਮ ਦਾ ਇਹ ਵੀ ਮਤਲਬ ਹੁੰਦਾ ਹੈ ਜੋ ਵਿਸ਼ੇਸ਼ ਗੁਣ ਹੋਵੇ ਕਿਸੇ ਵਿੱਚ। ਜਿਵੇਂ ਫੁੱਲਾਂ ਦਾ ਗੁਣ ਕੀ ਹੈ? ਕੋਮਲਤਾ। ਸਿੱਖ ਦਾ ਪਹਿਲਾ ਜਿਹੜਾ ਗੁਣ ਹੈ ਉਹ ਨਿਰਮਾਣਤਾ ਹੈ, ਕੋਮਲਤਾ ਹੈ, ਦਇਆ ਹੈ। ਧੌਲ ਧਰਮ ਦਇਆ ਕਾ ਪੂਤ। ਕਹਿੰਦੇ ਧਰਮ ਬਾਅਦ ਵਿੱਚ, ਪਹਿਲਾਂ ਮਾਂ ਹੈ ਦਇਆ, ਦਇਆ ਦਾ ਕਾਕਾ ਧਰਮ ਹੈ। ਜੇ ਤੇਰੇ 'ਚ ਦਇਆ ਹੈ ਨਹੀਂ ਤੇ ਤੂੰ ਧਰਮੀ ਨਹੀਂ ਹੈ। ਬਹਾਦਰ ਸ਼ਾਹ ਜ਼ਫਰ ਬੜਾ ਵੱਡਾ ਸ਼ਾਇਰ ਹੋਇਆ ਹੈ। ਉਹ ਕਹਿੰਦਾ ਹੈ, ਉनको इंसान मत समझ हो सरकशी जिसमें जफर, खाक सारी के लिए है खाक से इंसान बना। कहंदा जेड़े सरकशी ने ना, विद्रोह करने वाले, बगावत करने वाले, जुल्म करने वाले, कहंदा वो इंसान थोड़ी ने। इंसान खाक तो बनया है, ते बनया कादे लई है? खाक सारी दे लई, भाव विनम्रता दे लई, निर्माणता दे लई। धूल नीवी रहिंदी है, नीवा हो के रह, दया दा धारनी बन के रह। तैनू मिट्टी तो बनाया है, मिट्टी बन के रह। ये भी धर्म है इंसानियत दा, दया विच रहना। सच तां पर जानी है ਜਾਂ ਸਿੱਖ ਸੱਚੀ ਲੈ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਇਹ ਦਇਆ ਚੋਂ ਹੀ ਤੇ ਆ ਲੰਗਰ ਚੱਲ ਰਹੇ ਨੇ ਸਿੱਖਾਂ ਦੇ। ਲੋਕ ਮਰ ਰਹੇ ਨੇ ਕੋਵਿਡ ਦੀ ਮਾਰ, ਆਕਸੀਜਨ ਦੀ ਕਮੀ ਆ ਗਈ, ਖਾਸ ਕਰ ਦਿੱਲੀ ਦੇ ਵਿੱਚ, ਤੇ ਇਹ ਬੜਾ ਜ਼ੋਰ ਫੜਿਆ ਇਸ ਰੋਗ ਨੇ। ਔਰ ਸਿੱਖਾਂ ਵਿੱਚ ਦਇਆ ਹੈ, ਇਸੇ ਕਰਕੇ ਆਕਸੀਜਨ ਦੇ ਸਿਲੰਡਰ ਵੰਡੀ ਗਏ। ਬਹੁਤੇ ਲੋਕ ਜਿਹੜੇ ਸਨ ਉਹਨਾਂ ਇਸ ਰੋਗ ਵਿੱਚ ਵੀ ਵਪਾਰ ਕੀਤਾ ਹੈ। 2-4 ਹਜ਼ਾਰ ਦਾ ਸਿਲੰਡਰ 25-30 ਹਜ਼ਾਰ ਨੂੰ ਵੇਚਿਆ। ਆਕਸੀਜਨ ਕਨਸੈਂਟਰੇਟਰ ਜੋ ਐਕਸਟ੍ਰੈਕਟ ਕਰਦੇ ਨੇ ਆਕਸੀਜਨ, 50 ਹਜ਼ਾਰ ਦਾ ਸੀ, 1.5 ਲੱਖ ਦਾ ਲੋਕ ਵੇਚ ਰਹੇ ਨੇ। ਉਹ 500-700 ਵਾਲਾ ਇੰਜੈਕਸ਼ਨ 70-70 ਹਜ਼ਾਰ ਦਾ ਵਿਕ ਰਿਹਾ ਹੈ। ਇਹ ਸਿੱਖ ਨਹੀਂ ਇਹ ਕਰਮ ਕਰਦੇ, ਸਿੱਖ ਦਇਆਲੂ ਨੇ। ਇਹ ਜਿਹੜੇ ਲੋਕ ਇਹ ਕਰਮ ਕਰ ਰਹੇ ਨੇ, ਰੱਬ ਦਾ ਵਾਸਤਾ ਜੇ ਧਰਮੀ ਹੋਣ ਦਾ ਦਾਵਾ ਨਾ ਕਰਿਓ, ਤੁਸੀਂ ਵੱਡੇ ਠੱਗ ਹੋ, ਤੁਸੀਂ ਵੱਡੇ ਪਾਪੀ ਹੋ। ਔਰ ਇਹ ਕਰਮ ਕਰਨ ਵਾਲਿਆਂ ਨੂੰ ਸ਼ਾਇਦ 4 ਦਿਨ ਮਾਇਆ ਸੁੱਖ ਦੇ ਦੇਵੇ, ਪਰ ਖੁਦਾ ਦੇ ਘਰ ਵਿੱਚ ਇਹ ਬਖਸ਼ੇ ਨਹੀਂ ਜਾਣਗੇ। ਜਿਹੜੇ
दयालु लोक ने ना ਉਹੀ ਵੰਡ ਸਕਦੇ ਨੇ। ਹੁਣ ਮਹਾਰਾਜ ਕਬੀਰ ਜੀ ਕਹਿੰਦੇ ਨੇ ਜਿੱਥੇ ਗਿਆਨ ਹੋਵੇ ਨਾ ਉੱਥੇ ਦਇਆ ਹੁੰਦੀ ਹੈ, ਉੱਥੇ ਧਰਮ ਹੁੰਦਾ ਹੈ। ਅੱਛਾ ਤੁਸੀਂ ਦੇਖੋ, ਇਹ ਪਤਾ ਹੀ ਨਹੀਂ ਮਨੁੱਖਾ ਜਾਮਾ ਕਾਹਦੇ ਲਈ ਮਿਲਿਆ ਹੈ, ਕਿਸ ਮਨੋਰਥ ਲਈ ਮਿਲਿਆ ਹੈ, ਇਹ ਗਿਆਨ ਹੀ ਨਹੀਂ। ਤੇ ਜਦੋਂ ਇਹ ਗਿਆਨ ਨਹੀਂ ਤੇ ਫਿਰ ਬੰਦਾ ਪਾਪ ਕਮਾਉਂਦਾ ਹੈ, ਫਿਰ ਠੱਗੀ ਠੋਰੀ ਮਾਰਦਾ ਹੈ, ਫਿਰ ਦਇਆ ਤੋਂ ਦੂਰ ਹੁੰਦਾ ਹੈ। ਜਿਨ੍ਹਾਂ ਨੂੰ ਗਿਆਨ ਹੈ ਵੀ ਇਹ ਜਾਮਾ ਮਿਲਿਆ ਹੈ ਭਲਾ ਕਰਨ ਦੇ ਲਈ, ਇਹ ਜਾਮਾ ਮਿਲਿਆ ਹੈ ਦਇਆ ਕਰਨ ਦੇ ਲਈ, ਇਹ ਜਾਮਾ ਮਿਲਿਆ ਹੈ ਇਨਸਾਨੀਅਤ ਦਾ ਗੁਣ ਧਾਰਨ ਦੇ ਲਈ, ਖਿਮਾ ਆਦਿਕ ਮਹਾਨ ਗੁਣ ਧਾਰਨ ਦੇ ਲਈ ਇਹ ਜਾਮਾ ਮਿਲਿਆ ਹੈ। ਭਈ ਪਰ ਆਪਤ ਮਨ ਨੁਖਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਫਿਰ ਹੀ ਅਸੀਂ ਧਰਮ ਕਮਾਵਾਂਗੇ। ਇਹ ਗਿਆਨ ਹੋਵੇ ਸਰੀਰ ਕਿਉਂ ਧਾਰਿਆ ਹੈ, ਸਮਝ ਆ ਗਈ ਰੱਬ ਦੀ ਪ੍ਰਾਪਤੀ ਲਈ। ਤੇ ਰੱਬ ਪ੍ਰਾਪਤ ਹੁੰਦਾ ਹੈ ਨਿਰਮਲ ਹੋਇਆ। ਤੇ ਨਿਰਮਲ ਕੌਣ ਹੈ? ਜਿਹਦੇ ਵਿੱਚ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਹੰਕਾਰ ਹੈ, ਨਾ ਠੱਗੀ ਹੈ, ਨਾ ਠੋਰੀ ਹੈ, ਨਾ ਮੁਰਦਾਰ ਖਾਂਦਾ ਹੈ, ਹੱਕ ਸੱਚ ਦੀ ਕਿਰਤ ਕਰਨ ਵਾਲਾ, ਰੱਬ ਦੇ ਗੀਤ ਗਾਉਣ ਵਾਲਾ। ਸੋ ਗਿਆਨੀ ਜਿਹੜਾ ਹੈ ਉਹ ਧਰਮ ਕਮਾਉਂਦਾ ਹੈ। ਤੇ ਜਿੱਥੇ ਗਿਆਨ ਨਹੀਂ ਹੈ, ਜਿੱਥੇ ਝੂਠ ਹੈ, ਜਿੱਥੇ ਕੁਫਰ ਹੈ, ਉੱਥੇ ਪਾਪ ਹੁੰਦਾ ਹੈ। ਕਿਉਂਕਿ ਜਿਸ ਹਿਰਦੇ ਅੰਦਰ ਕੁਫਰ ਹੋਵੇ ਉੱਥੇ ਰੱਬ ਟਿਕਦਾ ਨਹੀਂ ਹੈ, ਉੱਥੇ ਧਰਮ ਟਿਕਦਾ ਨਹੀਂ ਹੈ। ਝੂਠਾ ਬੰਦਾ ਕਦੇ ਵੀ ਧਰਮ ਨਹੀਂ ਕਮਾ ਸਕਦਾ, ਉਹ ਪਾਪ ਹੀ ਇਕੱਠਾ ਕਰਦਾ ਹੈ। ਸੋ ਜਿੱਥੇ ਗਿਆਨ ਹੈ ਉੱਥੇ ਧਰਮ ਹੈ, ਜਿੱਥੇ ਝੂਠ ਹੈ ਉੱਥੇ ਪਾਪ ਹੈ। ਹੁਣ ਤੁਸੀਂ ਬਾਣੀ ਨੂੰ ਧਿਆਨ ਨਾਲ ਜਦੋਂ ਪੜ੍ਹੋ, ਇਹ ਜਿਹੜਾ ਝੂਠ ਲਫ਼ਜ਼ ਹੈ ਨਾ, ਇਹ ਮਿਥਿਆ ਨੂੰ ਕਹਿ ਦਿੰਦੇ, ਅਸਤਿਆ ਨੂੰ। ਔਰ ਪ੍ਰਮਾਤਮਾ ਸੱਚ ਹੈ, ਉਹਨੂੰ ਇਹ ਝੂਠ ਪਾਉਂਦਾ ਨਹੀਂ ਹੈ। ਵੈਸੇ ਭਗਵਤ ਦੇ ਵਿੱਚ, ਵਿਸ਼ਿਸ਼ਟ ਸੰਹਿਤਾ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ। ਸਨਾਤਨ ਮਤ ਵਾਲੇ ਇਉਂ ਸਮਝਦੇ ਨੇ ਵੀ ਆਪਣੀ ਇਸਤਰੀ ਦੇ ਨਾਲ ਹਾਸਾ ਮਖੌਲ ਕਰਨ ਸਮੇਂ, ਵਿਆਹ ਸਮੇਂ, ਆਪਣੀ ਰੋਜ਼ੀ ਵਾਸਤੇ ਜਾਨ ਜਾਣ ਦੇ ਡਰ ਤੋਂ ਧਨ ਨਾਸ਼ ਹੁੰਦਾ ਵੇਖ ਕੇ ਗਊ ਬ੍ਰਾਹਮਣ ਦੇ ਹਿੱਤ ਲਈ ਜੇ ਝੂਠ ਬੋਲਣਾ ਪੈ ਜਾਵੇ ਤੇ ਪਾਪ ਨਹੀਂ ਹੈ। ਪਰ ਸਿੱਖ ਧਰਮ ਅਲਾਓ ਨਹੀਂ ਕਰਦਾ। ਸਿੱਖ ਜਗਤ ਦਾ ਸਿਧਾਂਤ ਹੈ ਵੀ ਕਿਸੇ ਵੀ ਹਾਲਤ ਵਿੱਚ ਕੁਫਰ ਨਹੀਂ ਤੋਲਣਾ, ਕਿਉਂਕਿ ਖੁਦਾ ਸੱਚ ਹੈ, ਉਹਨੂੰ ਝੂਠ ਕਦੇ ਵੀ ਨਹੀਂ ਪਾਉਂਦਾ। ਬਾਣੀ ਕਹਿੰਦੀ ਹੈ ਝੂਠੈ ਆਵੈ ਹੈ ਠਵਰ ਨਾ ਪਾਵੈ ਹੈ, ਦੂਜੈ ਆਵਾ ਗੌਣ ਭਇਆ। ਆਵਾ ਗੌਣ ਮਿਟੈ ਗੁਰ ਸ਼ਬਦੀ, ਆਪੇ ਪਰਖੈ ਬਖਸ਼ ਲਿਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਝੂਠਾ ਕਦੇ ਵੀ ਦਰਗਾਹ ਵਿੱਚ ਜਗ੍ਹਾ ਨਹੀਂ ਪਾਉਂਦਾ, ਆਵਾਗਮਨ ਵਿੱਚ, ਜੂਨਾਂ ਵਿੱਚ ਪਿਆ ਰਹਿੰਦਾ ਹੈ। ਦੇ ਵਿਲ ਕਮ ਐਂਡ ਗੋ, ਉਹ ਜੂਨਾਂ ਧਾਰਦਾ ਰਹਿੰਦਾ ਹੈ। ਗੁਰੂ ਸਾਹਿਬ ਕਿਰਪਾ ਕਰਨ ਤੇ ਸੱਚ ਦਾ ਧਾਰਨੀ ਹੋਵੇ ਤੇ ਆਵਾਗਮਨ ਮਿਟਦਾ ਹੈ। ਸੋ ਝੂਠ ਬੋਲਣਾ ਪਾਪ ਹੈ। ਪਾਪ ਕਰਮ ਹੈ, ਨੀਚ ਕਰਮ ਹੈ, ਅਸ਼ੁਭ ਕਰਮ ਹੈ, ਅਮੰਗਲ ਬੁਰਾ ਕਰਮ ਹੈ। ਅੱਛਾ, ਪਾਪ ਵੀ ਧਰਮਾਂ ਵਿੱਚ ਵੱਖੋ ਵੱਖ ਪ੍ਰਚਲਿਤ ਨੇ। ਮਹਾਭਾਰਤ ਵਿੱਚ ਕੁਝ ਪਾਪ ਲਿਖੇ ਨੇ, ਕਹਿੰਦੇ ਅਹਿੰਸਾ ਧਾਰੀ ਹੋ, ਜੇ ਹਿੰਸਾ ਕਰੇਗਾ ਤੇ ਉਹ ਪਾਪ ਹੈ। ਪਰ ਇਸਤਰੀ ਗਮਨ ਪਾਪ ਹੈ, ਝੂਠ ਬੋਲਣਾ ਪਾਪ ਹੈ, ਕੌੜਾ ਬੋਲਣਾ ਪਾਪ ਹੈ, ਚੁਗਲੀ ਕਰਨੀ ਪਾਪ ਹੈ, ਬੁਰਾ ਚਿਤਵਣਾ, ਬੁਰੀ ਸੋਚ ਵੀ ਪਾਪ ਹੈ, ਬੇਰਹਿਮੀ ਪਾਪ ਹੈ, ਪੁੰਨਦਾਨ ਕਰਕੇ ਫਲ ਦੀ ਕਾਮਨਾ ਕਰਨੀ, ਉਹ ਕਹਿੰਦੇ ਇਹ ਵੀ ਪਾਪ ਹੈ। ਅੱਛਾ, ਜਿਹੜੀ ਮਨੋ ਸਿਮਰਤੀ ਹੈ ਨਾ, ਮਨੋ ਸਿਮਰਤੀ ਦੇ ਵਿੱਚ ਵੀ ਕੁਝ ਪਾਪ ਲਿਖੇ ਨੇ। ਸ਼ਰਾਬ ਪੀਣੀ, ਚੋਰੀ ਕਰਨੀ, ਗੁਰੂ ਦੀ ਇਸਤਰੀ ਭੋਗਣੀ, ਇਹ ਸਾਰੇ ਹੀ ਪਾਪ ਨੇ।
सिख जगत दे अंदर करतार तो परमेश्वर तो वेमुख हो जाना पाप है। उद्यम का त्याग कर देना, भाव इबादत ना करनी, बंदगी ना करनी पाप है। धक्को जोरी करनी, किसी नाल धक्का करना, किसी का हक मारना, ये पाप है। इदा साडे सिद्धांत दे अंदर रहतनामिਆਂ ਵਿੱਚ भी कुछ पाप लिखे ने। ਉਹਦੇ बख्शे परमेश्वर दे केस कतल करने, मुंडन करना, विचार करना, तमाकू का सेवन करना, कुठा खाना, ये सारे पाप लिखे हुए ने। इदां ही जदों तुसीं बाइबल नूं पढ़दे हो ना, उत्थे भी विचार, ईरखा, क्रोध, लोभ, जीव रस, सारे पाप लिखे हुए ने। सो कबीर जी महाराज कहंदे जिथे झूठ है उत्थे पाप है, जिथे सच है उथे धर्म है, उथे परमेश्वर है। सुन सुन जीवो मन एहो विश्राम, पाप खंडन प्रभ तेरो नाम। जे चाहना है पाप दा खंडन होवे ते कहंदे परमात्मा दे गीत गाया कर। अगे महाराज कबीर जी कहंदे ने, जहां लोभ तह काल है, जहां खिमा तह आप। लोभ की है? लालच, दूसरे दा पदार्थ लैण दी इच्छा, हिरस, किसे शै दे लैण दी इन्नी तीव्र इच्छा आ जानी, ये साडे लई नुकसानदायक है जां फायदेदायक है, ये भी सोच मिट जानी। जिवें कुत्ता हलक जांदा ना लब दे विच, इउं बंदे भी कई आपां हलके वेखे ने। जायदाद लई पिता दा ही कतल, परिवार दा ही गला घुटन लई तैयार हुंदे ने, भरावां दे ही सिर मिध के तख्त मलदे ने। ये हलका है पदार्थां दी प्राप्ति दा। हुण कहंदे जिथे लोभ है उथे काल है। काल दा भाव समा भी है, काल दा भाव आवागमन भी है, जन्मां विच आउणा जाना भी है। कहंदे काम क्रोध लोभ मोह मूठे, सदा आवागमन प्रभ प्रेम भगत गोपाल सिमरन, मिटत जोनी भवन। कहंदे जेड़ा लोभी है ना, कामना विच रहिंदा सब कुछ मेरे कोल ही होवे, ठग्या रहिंदा इन्हां वकारां विच, कहंदे वो काल दे मूँह विच है, वो आवागमन विच पिया रहिंदा। क्योंकि जदों मौत आउंदी है इच्छा रह जाती है, लोभ हुंदा है ये भी प्राप्त करना सी, ये भी करना सी, हुंदा उल्टा है। नर चाहत कशे और औरे की औरे पई, वो इच्छावां रह गईयां, लोभ दी पूर्ति ना हुई। महाराज कहंदे सदा आवागमन, वो फिर जन्म मिल जाता है संसार कमाउण लई, फिर इच्छावां पूरीआं नहीं हुंदियां, मरदा है फिर जन्म मिल जाता है। इउं वख-वख जूना विच आउंदा जांदा रहिंदा है। परमात्मा दे प्रेम विच लीन हो जा, फिर ही मिटत जोनी भवन, फिर ही आवागमन मिटदा है। सो कबीर जी महाराज कहंदे जिथे लोभ है उथे काल है, उथे मौत है, उथे आवागमन है। हुण जहां खिमा तह आप, ते जिथे खिमा दा सुभाव है, बख्शिंद सुभाव है, उथे परमात्मा वास करदा है, उथे परमात्मा दा वासा हुंदा है। इथे जिहड़े लफ्ज वरते ने ना महाराज कबीर जी ने, खिमा, कशमा, क्षमा का मतलब है बख्शिश, बर्दाश्त कर लेना, मुआफ़ी दे देनी। कहंदे जेड़ा खिमा का धारनी है ना, जेड़ा मुआफ़ करने वाला सुभाव बना लैंदा है, दयालु सुभाव बना लैंदा है, समझ लो वो रब दा रूप है। परमात्मा उहदे अंदर प्रगट है। खिमा गही व्रतशील संतोखं, रोग ना व्यापै ना जम दोखं। कहंदे जेदे अंदर खिमा है उन्होंने विकारा रूपी रोग छू नहीं सकते। काम क्रोध लोभ मोह हंकार नेड़े नहीं आउंदे। ना जम दोखं,
ना वो जमा दी मार सहारदा है, ना वो जूना विचला कष्ट सहारदा है, वो मुक्त हो जाता है। डिजीज डज नॉट अफलिक्ट हिम, उन्होंने रोग सोग तंग नहीं कर सकते। नॉर डज द पेन ऑफ डेथ, ना ही उन्होंने कोई मौत की पीड़ा, कोई मौत का भय, कोई मौत का डर है। सो बाणी ये गल समझाउंदी है, मुक्त भये प्रभ रूप ना रेखं, वो मुक्त हो गए जिसदी रूप रेखा ही कोई नहीं है, उस परमेश्वर विच अभेद हो गए। जिथे खिमा है, खिमा वाला मुक्त हुंदा है, जिथे झूठ है कहंदे जी उथे पाप है। ते जिथे कबीर जी महाराज कहंदे ने सिखा, जिस अंतशकरण दे अंदर, जिस मन दे अंदर लोभ है उथे काल होवेगा, जिथे ज्ञान है उथे धर्म होवेगा, उथे सोझी होवेगी जीवन नूं किवें सफलियां करना है परमात्मा दी प्राप्ति करके। अगले श्लोक विच कबीर जी महाराज हुक्म करते ने, कबीरा कबीर माया तजीता क्या पया, जो मान तजया नहीं जाए, मान मुनि मुनिवर गले, मान सब को खाए। कबीर जी महाराज कहंदे ने, माया दा त्याग ते कर दिता, पर मैं दा त्याग ना कीता, हंकार ना छड्डिया। माया की है? भरम भुलेवा। अनक माया जाकी लखी ना जाए, ये जो रचना है। माया की है? माता, आप पिता आप माया। माया की है? धन दौलत काहे गर्भस मूड़े माया, पैसा। माया की है? संसार दा मोह। जिवें गुरु अमरदास कहते ने ना, यह माया जित हर विसरै, मोह उपजै भाओ दूजा लाया। परमात्मा ते तेरे विचाले कोई भी कंध है ना, पैसा है, तखत है, ताज है, परिवार है, ये सब माया है। कई माया त्याग दिंदे ने, माता पिता नूं छड्ड दिंदे ने, गृहस्थ छड्डता, घर वाली बच्चे छड्ड दिते, घर भी छड्ड दिता, परमात्मा की प्राप्ति लई निकल तुरे ने। हुण कबीर जी कहंदे ने, तज ते दिता है तुसी माया नूं, त्याग दिता है, छड्ड दिता है, मान नहीं छड्डिया, गरूर नहीं छड्डिया, अभिमान नहीं छड्डिया। एडी पंड हंकार दी चुकी फिरदा है। जिथे कोई गृहस्थी मिल जे ना, उथे तर्क साधदा है। लै तुसी लोग ते मोह माया च फसे हो, त्यागी ते असल मैं परिवार छड्ड दिता, मैं घर छड्ड दिता, मैं पैसा छड्ड दिता, तख्त नूं ठोकर मार दिती। ठीक है भाई, तू माया दा त्याग कर दिता है, पर जेड़ा कहना ना मैं छड्ड दिता, असल ये मैं छड्डी हुंदी ते हुण नूं तू विच परमात्मा विच भेद हो जांदा। हंकार दा किणका, जितने चाहे तेरे कोल शुभ गुण ने, तेरा बेड़ा भरिया है गुणा नाल, जीवन दे बेड़े नूं ये हंकार दा जिहड़ा किणका है, छेक है, डबो दिंदा है। कहंदे मान मोह मेर तेर बिवर्जत, एहो मार्ग खंडे धार, कहो नानक तिन भवजल तरियले, प्रभ किरपा संत संगार। कहंदे मान छड्डना, मेर तेर छड्डनी इउं है जिवें खंडे दी धार ते तुरना है। ये मैं बड़ी जल्दी साडे विच आउंदी है। थोड़ा रंचक मात्र भी कोई कर्म साध लईए ना, ते आने मैं कीता है, मैं करन वाला, मेरे वर्गा दूजा कोई नहीं। कहंदे मैं छड्डनी बड़ी औखी। जिन्ना चिर मैं है, तू नहीं मिलेगा, वो नहीं मिलेगा, परमात्मा नहीं मिलेगा। जेड़े मन दे भांडे च हंकार है, उथे परमेश्वर नहीं टिकता। ये ते तू दी रट लाउणी पैंदी है। महाराज कहंदे ने, भवजल ओही तरेगा जेड़ा साधुआं दी संगत विच मैं मिटा दवेगा। पर इत्थे बहुते मान ही चुकी फिरदे ने, मैं घर छड्डिया, मैं माया छड्डी, मैं परिवार छड्डिया, मैं विकार छड्डे। कहंदे पर मैं छड्डी ना गई तेथों।
फिर ये सारा कुछ त्यागया, किसे काम ना आया। कबीर जी कहते मैं कुछ भी नहीं छड्डिया, ना गृहस्थी छड्डिया, रहिंदा भी घर विच आ, पर मैं छड्ड दित्ती है, हंकार छड्ड दिता है जो डबाउण वाला है। कहते जिहड़ा मैं दे नशे विच, ताकत दे नशे च चूर है ना, वो तो अपने कोलों ही इंसानियत दे महान गुण, निर्माई, निर्माणता, दया कोलों ही बड़ा दूर है। रब दे नेड़े ते वो जा ही नहीं सकता। वो एक शायर कहंदा कहंदा खुदा तो एक तरफ, खुद से भी कोसों दूर होता है बशर जिस वक्त ताकत के नशे में चूर होता है। कहंदे जदों तैनूं मैं दा ताकत दा नशा है ना, तू तो अपने कोलों ही दूर है, रब दे नेड़े तू की होना है। सो मान ने महाराज कबीर जी कहंदे वड्डे वड्डियां दे जीवन नूं खत्म कर दिता। आखण लगे मान मुनि मुनिवर गले, मान सबै को खाए। वड्डे वड्डे ऋषि मुनि हंकार दे विच गल गए। मुन कहंदे ने जिसने अपने मन नूं काबू च कर लिया, जेदा मन दुखां विच व्याकुल नहीं हुंदा। मुन जन दा मतलब है महापुरुष, आदमी, परमेश्वर दा सेवक। मुनिवर मुनियां चों श्रेष्ठ मुनि, महापुरुषां चों वड्डे ब्रह्मवेते महात्मा। गले दा भाव है सड़ना, गलना जां निगले जाना। कबीर जी कहंदे मान रूपी औगण ने बड़े बड़े मुनि जन निगल लए, उन्हां दे महान गुण सत संतोख दया धर्म निगल लए। बड़े बड़े अहंकारिया नानक गर्भ गले, हंकार ने उन्हां नूं गाल के सुट दिता, मिटा के रख दिता। बड़ा मान करदे सी त्याग दा, असीं त्याग कीता है। कहंदे इस मान ने किसे दा लिहाज नहीं कीता, वड्डियां वड्डियां दा खुरा खोज मिटा दिता। जीवन अध्यात्मक पक्षों उन्हां दा खत्म करके सुट दिता। सो हंकार जिहड़ा है बड़ियां नूं खा रहा है, बड़ियां नूं खा चुकिया है ते बड़ियां नूं खावेगा। कहंदे अनक तपस्या करे अहंकार, नरक सुरग फिर अवतार। कईयां नूं तपस्या दा हंकार हो जाता, मैं घर छड्ड के जंगली बह गया, बड़ी तपस्या कीती। कहंदे तपस्या वालियां नूं भी हंकार ने पकड़ लिया। हुण होवेगा कि नरक सुरग फिर अवतार। नरकां सुरगां विच आउंदे जांदे ही रहणगे, जूनां विच आउंदे जांदे ही रहणगे। दे शैल बी रीइनकारनेटेड इनटू हेवन एंड हेल। कदे नरक कदे स्वर्ग, कदे पाप कदे पुण्य। कर कृपा जिसका हृदय गरीबी बसावै, नानक इहा मुक्त आगै सुख पावै। जेदे अंदर निर्माणता है, कहंदे वो इत्थे भी मुक्त है ते परलोक विच भी उहदा अदब है, सत्कार है। सो हंकार तो बचो। बचना मुश्किल है, गुरु साहब अगे बेनती करो, वो कृपा करके रखण। अगे महाराज श्लोक विच कबीर जी कहंदे ने, कबीर साचा सतगुर मैं मिलिया, शब्द जो बाह्या एक। कबीर जी इत्थे लफ्ज वरतदे ने साचा, भाव जो सत्य है, झूठ दा त्यागी है, नित्य रहन वाला है। सतगुर जो सत्य है गुरु, जो श्रेष्ठ है गुरु, जो तिन्ना समयां विच मौजूद है गुरु। जेड़ा गुरु अपने मन नूं काबू विच करके रखता है, जेदा मन दे उत्ते काबू है, बचनां दे उत्ते काबू है, इंद्रियां दे उत्ते काबू है, जो सत्य बचन बोलदा है। जिन्हां चों सिरमौर ने सब ते वड्डा सतगुरु नानक, जिन कल राखी मेरी। वड्डियों वड्डे गुरु नानक साहिब पातशाह, खुदा दे रूप आप नारायण कलाधार जग में परवरियो, खुद खुदा गुरु नानक साहिब। खैर हुण कबीर जी दे गुरु कौन सन? रामानंद जी महाराज। कबीर जी कहंदे ने मैनू गुरु मिलिया। उस गुरु ने ना बाह्या तो भाव है मारिया।
की मारिया? कहंदे शब्द दा तीर, सिक्ख्या दा तीर मारिया। गुफ्तगू कीती मेरे नाल, सिक्ख्या दित्ती मैनू, आवाज़ दित्ती मैनू, उपदेश दिता मैनू। हुण ये जिहड़ा उपदेश है, गुरु ना दवे ते मुक्ति नहीं मिलती। अनेक जूनी भरम आवे, बिन सतगुर मुक्त ना पाए। फिर मुक्त पाए लाग चरणी, सतगुर शब्द सुनाए। कहते जिन्ना चिर गुरु उपदेश ना दवे मुक्ति नहीं मिलती, निजात नहीं मिलती, रोग सोग नहीं मिटते, 84 का गेड़ नहीं मिटता, नरकां सुरगां विच आवागमन नहीं मिटाया जा सकता। कहते बिन शब्द सब जग बहुराना, बिरथा जन्म गवाया, शब्दे ही नाओ उपजै, शब्दे मेल मिलाया। गुरु दे उपदेश रूपी तीर लगे तो बिना कहते दुनिया बौरी हुई फिरदी है। शब्द तो ही परमात्मा का नाम अंदर प्रगट हुंदा है, ते शब्द का अभ्यास करने वाला ही परमात्मा ताईं पहुँचता है। कबीर जी कहते शब्द का तीर गुरु ने छड्ड दिता, खिच के मारिया है। उहदे बाद की हुंदा है? कहते ने लागत ही पोए मिल गया, परिया कलेजे शेक। शब्द का तीर चलदियां ही मैं गुरु दे चरनां विच डिग पिया, मेरा अहंकार डिग पिया, भाव मिट्टी विच मिल गया। हुण इत्थे लफ्ज़ वरतिया है लागत। जदों तीर लग्या ना शब्द का, भोए का मतलब है पृथ्वी, जमीन, निर्माणता, ते भोए का मालक कौन है? भूमा, परमेश्वर। कहते परमात्मा के चरनां विच मैं डिग पिया, ते मेरा जिहड़ा कलेजा सी ना, वैसे तो लीवर नूं कहंदे ने, जिगर नूं कहंदे ने, आपां कवियां दे तौर ते ये लफ्ज़ छाती लई भी वरत लैने आ, मन लई भी वरत लैने आ। इत्थे भाव है कलेजे तो हंकार, परशियन विच जिगर कह दिंदे ने। हुण कबीर जी कहंदे ने हंकार रूपी कलेजा शब्द दे तीर नाल विन्निया गया, ते मैं परमेश्वर दे भूए दे मालक दे भूमे दे चरनां विच डिग पिया। भाव परमात्मा दा रूप हो गया मैं। धावत जोन जन्म भ्रम थाके, अब दुख कर हम हारियो रे। कह कबीर गुर मिलत महारस, प्रेम भगत निस्तारियो रे। कहंदे आवागमन विच थक गया सा, जूना विच भरम दा थक गया सा, दुखां विच मैं गिर गया सा। गुरु मिले ने, ऐसा रस आया है, उपदेश हासिल किया, भगती की, निस्तारियो रे। गुरु ने तार दिता है, रोगां सोगां तो उपराम कर दिता है। 84 लाख जिहड़ा ये गेड़ सी ना, ये भी मेरा मिटा दिता है। सो पूरे गुरु ही मुक्ति दाते ने, गुरु नानक साहिब मुक्ति बख्शण वाले ने। हुण अगे महाराज कबीर जी कहंदे ने, कबीर साचा सतगुर क्या करे, जो सिखा मह चूक। हुण कुतर्क करने वाले भी बड़े ने, अच्छा जी पूरा गुरु तार दिंदा है, गुरु नानक साहिब तार दिंदे ने, गुरु हरकृष्ण गुरु ग्रंथ साहिब महाराज मुक्ति दिंदे ने। हुण महाराज दे दर ते बड़े लोग आउंदे ने, इन्हां सारियां दे ते रोग सोग मिटे नहीं, इन्हां नूं ते हजे मुक्ति मिले नहीं। ते कबीर जी कहंदे इहदे विच गुरु दा कसूर नहीं है, ऊणता ही तेरे विच है। हुण सच्चा सतगुरु की कर सकदा है? वो तो उपदेश देवेगा ना। हुण जे तू उपदेश कमावे ही ना, इत्थे है सिखा, सिख दा बहु वचन है, सिखियक, जो अपने मुरशद के अनुसार चले। ते जे तुसी आखो भी आ सिख नहीं हजे मुक्त होया, ऐदे रोग सोग दुख नहीं मिटे, गुरु फिर सच्चा किवें होया, सतगुरु किवें होया, पूरा किवें होया? कबीर जी कहंदे गुरु विच कोई कसूर नहीं है, गुरु पूरा ही है। सिखां दे विच चूक है, उकाई है, खता है, भुल है। हुण सिख गुरु का उपदेश धारदे ही नहीं। एक उदाहरण दिती, दृष्टांत दिता उस महापुरुष ने।
ਉਹ ਆਖਣ ਲੱਗਾ, ਅੰਧੇ ਏਕ ਨਾ ਲਾਗਈ, ਜਿਉ ਬਾਸ ਬਜਾਈਐ ਫੂਕ। ਹੁਣ ਦੇਖੋ, ਜੋ ਮਨੁੱਖ ਅਹੰਕਾਰ ਵਿੱਚ ਅੰਨਾ ਹੈ ਉਹ ਗੁਰੂ ਦੀ ਸਿੱਖਿਆ ਤੇ ਨਹੀਂ ਚੱਲ ਸਕੇਗਾ, ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰ ਸਕੇਗਾ। ਉਹ ਤੇ ਇਦਾਂ ਹੈ, ਗੁਰਦੁਆਰੇ ਤੇ ਆਉਂਦਾ ਹੈ, ਗੁਰੂ ਦਾ ਉਪਦੇਸ਼ ਸੁਣਦਾ ਹੈ, ਇੱਕ ਕੰਨ ਸੁਣਿਆ ਦੂਜੇ ਚੋਂ ਕੱਢ ਦਿੰਦਾ ਹੈ, ਜੀਵਨ ਨਹੀਂ ਢਾਲਦਾ ਸ਼ਬਦ ਅਨੁਸਾਰ। ਇਹ ਤੇ ਉਹ ਗੱਲ ਹੋਈ, ਕਬੀਰ ਜੀ ਕਹਿੰਦੇ ਜਿਵੇਂ ਵਾਂਸ 'ਚ ਇੱਕ ਬੰਨੇ ਫੂਕ ਮਾਰੀਏ ਤੇ ਦੂਜੇ ਬੰਨੇ ਨਿਕਲ ਜਾਂਦੀ ਹੈ ਨਾ। ਹੁਣ ਇਹਦੇ ਵਿੱਚ ਕਹਿੰਦੇ ਗੁਰੂ ਦਾ ਕੀ ਕਸੂਰ ਹੈ? ਇਸ ਅੰਨੇ ਨੂੰ ਉਪਦੇਸ਼ ਰੂਪੀ ਬਾਣ ਲੱਗਦਾ ਹੀ ਨਹੀਂ ਹੈ। ਜਿਵੇਂ ਵਾਂਸ ਚੋਂ ਫੂਕ ਲੰਘ ਜਾਂਦੀ ਹੈ, ਇਸੇ ਤਰ੍ਹਾਂ ਹੀ ਇਹਦੇ ਹਿਰਦੇ ਵਿੱਚ ਉਪਦੇਸ਼ ਟਿਕਦਾ ਨਹੀਂ ਹੈ, ਦੂਜੇ ਬੰਨਿਓਂ ਲੰਘ ਜਾਂਦਾ ਹੈ, ਸ਼ਬਦ ਟਿਕਦਾ ਨਹੀਂ ਹੈ। ਤੇ ਹੁਣ ਜਿਹੜਾ ਵਾਂਸ ਹੈ ਨਾ, ਵਾਂਸ ਨੂੰ ਹੰਕਾਰ ਬੜਾ ਹੁੰਦਾ ਵੀ ਮੈਂ ਬੜਾ ਉੱਚਾ ਲੰਮਾ ਹੈ, ਉਹ ਝੁਕਦਾ ਨਹੀਂ ਹੈ। ਨਾ ਝੁਕਣ ਕਾਰਨ, ਅਹੰਕਾਰ ਵਿੱਚ ਚੂਰ ਹੋਣ ਕਾਰਨ ਇਹ ਪੂਰਾ ਸਿੱਖ ਸਾਜ ਹੀ ਨਾ ਸਕਿਆ, ਇਹ ਗਿਆਨ ਦੇ ਨੇਤਰਾਂ ਵੱਲੋਂ ਅੰਨਾ ਹੀ ਰਿਹਾ, ਇਹ ਹੰਕਾਰ ਦੇ ਵਿੱਚ ਵਾਂਸ ਵਾਂਗੂ ਖਲੋਤਾ ਹੀ ਰਿਹਾ। ਤੇ ਵੇਖੋ, ਕੀਮਤ ਨੀਵੇਂ ਦੀ ਹੁੰਦੀ ਹੈ, ਉੱਚੇ ਦੀ ਨਹੀਂ। ਕਬੀਰ ਜੀ ਨੇ ਇੱਕ ਜਗ੍ਹਾ ਕਿਹਾ ਸੀ, ਕਬੀਰ ਬਾਂਸ ਵਡਾਈ ਬੂਢੇ ਆਇਓ ਮਤ ਡੂਬਾ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਚੰਦਨ ਦਾ ਇੱਕ ਸੁਭਾਅ ਹੈ, ਨਿਰਮਾਣਤਾ 'ਚ ਰਹਿੰਦਾ, ਨੀਵਾਂ ਹੈ, ਛੋਟੀ ਜੀ ਉਹਦੀ ਹਾਈਟ ਹੈ, ਉਹਦੇ ਇਰਦ ਗਿਰਦ ਜਿੰਨੇ ਵੀ ਰੁੱਖ ਨੇ ਨਾ ਜਿਹੜੇ ਉਹਦੀ ਸੰਗਤ ਪ੍ਰਵਾਨ ਕਰਨ, ਨੀਵੇਂ ਹੋ ਜਾਣ, ਉਹ ਚੰਦਨੀ ਹੋ ਜਾਂਦੇ ਨੇ। ਜਦੋਂ ਹਵਾ ਆਉਂਦੀ ਹੈ, ਖੁਸ਼ਬੋਈ ਉਹਦੀ ਫੈਲਦੀ ਹੈ, ਉਹ ਜਿਸ ਰੁੱਖ ਨੂੰ ਖੁਸ਼ਬੋਈ ਛੂੰਹਦੀ ਹੈ, ਲੰਬੇਰੇ ਸਮੇਂ ਤੋਂ ਬਾਅਦ ਟਕਰਾ ਟਕਰਾ ਕੇ ਚੰਦਨ ਦੀ ਖੁਸ਼ਬੋਈ ਨਾਲ ਉਹ ਚੰਦਨ ਹੋ ਜਾਂਦਾ ਹੈ। ਵਾਂਸ ਇੱਕੋ ਇੱਕ ਐਸਾ ਰੁੱਖ ਹੈ ਜੋ ਚੰਦਨ ਦੀ ਸੰਗਤ ਵਿੱਚ ਵੀ ਉੱਗਿਆ ਹੋਵੇ ਤੇ ਚੰਦਨ ਨਹੀਂ ਬਣਦਾ। ਹੰਕਾਰ ਬੜਾ ਹੈ ਉੱਚੇ ਲੰਮੇ ਹੋਣ ਦਾ। ਇਦਾਂ ਹੀ ਮਨਮੁਖ ਹੁੰਦੇ ਨੇ। ਅੱਛਾ, ਚੁੰਚ ਗਿਆਨੀ ਤੇ ਬਣ ਜਾਂਦੇ ਨੇ ਗੁਰੂ ਦੇ ਘਰ ਆ ਕੇ। ਦੋ ਚਾਰ ਗੱਲਾਂ ਕਥਾਵਾਚਕਾਂ ਤੋਂ ਸੁਣੀਆਂ, ਗੁਰੂ ਕੇ ਵਜ਼ੀਰ ਕੋਲੋਂ ਸੁਣੀਆਂ, ਸਿਰ ਡਾਉਣਾ ਤੇ ਸਿੱਖ ਗਏ, ਜੀਵਨ 'ਚ ਨਹੀਂ ਧਾਰਿਆ ਬਾਣੀ ਨੂੰ, ਜੀਵਨ ਵਿੱਚ ਨਹੀਂ ਢਾਲਿਆ, ਨਾ ਅੰਮ੍ਰਿਤ ਵੇਲਾ, ਨਾ ਬਾਣੀ, ਨਾ ਬਾਣਾ, ਨਾ ਕੋਈ ਸਿਧਾਂਤ ਧਾਰਿਆ ਹੈ। ਵਾਂਸ ਵਰਗੇ ਨੇ, ਗੁਰੂ ਘਰ ਨਿਰਮਾਣਤਾ ਨਹੀਂ ਰੱਖੀ, ਆਏ ਜ਼ਰੂਰ ਨੇ। ਚੰਦਨ ਨੀਵਾਂ ਹੁੰਦਾ ਹੈ ਤਾਂ ਹੀ ਅਮੁੱਲਾ ਹੈ, ਗੁਰਮੁਖ ਨੀਵੇਂ ਹੁੰਦੇ ਨੇ ਤਾਂ ਹੀ ਗੁਣਾਂ ਦੇ ਧਾਰਨੀ ਹੁੰਦੇ ਨੇ। ਕਹਿੰਦੇ ਸਤਿਗੁਰ ਪਿਆਰਾ ਨਾ ਲੱਗਈ, ਮਨ ਹਠ ਆਵੈ ਜਾਏ, ਜੇ ਇੱਕ ਵਿਖ ਅਗਾਹਾ ਭਰੇ ਤਾਂ 10 ਵਿਖਾਂ ਪਿਛਾਹਾ ਜਾਏ। ਕਹਿੰਦੇ ਬੱਧੋ ਰੁੱਦੀ ਦੇ ਗੁਰੂ ਘਰ ਆਉਂਦੇ ਨੇ, ਕੋਈ ਲੰਗਰ ਛਕਣ ਆ ਜਾਂਦਾ ਹੈ, ਕੋਈ ਸਰੋਪੇ ਲੈਣ ਆ ਜਾਂਦਾ ਹੈ, ਕੋਈ ਮਾਣ ਵਡਿਆਈ ਲੈਣ ਆ ਜਾਂਦਾ ਹੈ। ਭਾਵਨਾ ਨਹੀਂ ਹੈ, ਨਿਰਮਾਣਤਾ ਨਹੀਂ ਹੈ। ਪ੍ਰਧਾਨਗੀ ਕਰਨ ਆ ਜਾਂਦਾ ਹੈ, ਕੋਈ ਦਬਕੇ ਮਾਰਨ ਆ ਜਾਂਦਾ ਹੈ ਗੁਰੂ ਕੇ ਵਜ਼ੀਰਾਂ ਨੂੰ, ਕੋਈ ਭਾਂਡੇ ਚੁੱਕਣ ਆ ਜਾਂਦਾ ਹੈ। ਜਿਹੜੇ ਨਿਰਮਾਣ ਨੇ ਗੁਰੂ ਕੇ ਸਿੱਖ, ਜੋ ਕੇਵਲ ਗੁਰੂ ਦੀ ਪ੍ਰਾਪਤੀ ਲਈ ਆਉਂਦੇ ਨੇ, ਉਹ ਮੁਕਤ ਨੇ। ਜੋ ਦਵੈਸ਼ ਲਈ ਆਉਂਦੇ ਨੇ, ਜਿਨ੍ਹਾਂ ਨੂੰ ਗੁਰੂ ਪਿਆਰਾ ਨਹੀਂ ਲੱਗਦਾ, ਜੋ ਮਨ ਹੱਠ ਕਰਮੀ ਕਰਦੇ ਨੇ, ਗੁਰੂ ਦੀ ਮੱਤ ਤੇ ਨਹੀਂ ਚੱਲਦੇ, ਮਨ ਦੀ ਮੱਤ ਤੇ ਹੀ ਚੱਲਦੇ ਨੇ। ਇਉਂ ਸਮਝ ਲਓ ਇੱਕ ਕਦਮ ਅੱਗੇ ਰੱਖਦੇ ਨੇ 10 ਪਿੱਛੇ। ਭਾਵ ਇੱਕ ਕਰਮ ਬਾਣੀ ਸੁਣ ਕੇ ਚੰਗਾ ਕਰ ਲੈਂਦੇ ਨੇ, 10 ਫਿਰ ਮੰਦੇ ਕਰਦੇ ਨੇ। ਐਸੇ ਜਿਹੜੇ ਲੋਕ ਨੇ ਸਤਿਗੁਰ ਕੀ ਸ਼ਰਨ ਵਿੱਚ ਨਹੀਂ ਆਏ। ਸ਼ਰਨ ਉਹਨਾਂ ਨੇ ਆਪਣੇ ਮਨ ਦੀ ਵਿੱਚ ਹੀ ਰਹਿਣਾ ਕੀਤਾ, ਮਨਮਤ ਵਿੱਚ ਹੀ ਲੱਗੇ ਰਹੇ। ਕਹਿੰਦੇ ਇਹਨਾਂ ਨੂੰ ਕੁਝ ਨਹੀਂ ਮਿਲੇਗਾ, ਇਹ ਵਾਂਸ ਨੇ, ਇਹ ਚੰਦਨ ਦੀ ਤਰ੍ਹਾਂ ਅਮੁੱਲੇ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਸੇਵਾ ਚਾਕਰੀ, ਜੇ ਚੱਲ ਹੈ ਸਤਿਗੁਰ ਭਾਏ, ਆਪ ਗਵਾਏ ਸਤਿਗੁਰੂ ਨੋ ਮਿਲੇ, ਸਹਜੇ ਰਹਿ ਸਮਾਏ। ਜੇ ਗੁਰੂ ਘਰ ਆਉਣਾ ਹੈ, ਚਾਕਰ ਬਣ ਕੇ ਆ, ਨੌਕਰ ਬਣ ਕੇ ਆ, ਨਿਰਮਾਣਤਾ ਵਿੱਚ ਆ ਤੇ ਸਤਿਗੁਰ ਦੇ ਹੁਕਮ ਵਿੱਚ ਚੱਲ। ਆਪਾ ਗਵਾ ਦੇ, ਆਪਾ ਛੱਡ ਦੇ, ਮੈਂ ਛੱਡ ਦੇ, ਫਿਰ ਕੀ ਹੋਵੇਗਾ? ਸਹਜੇ ਰਹਿ ਸਮਾਏ, ਤੂੰ ਪਰਮੇਸ਼ਵਰ ਵਿੱਚ, ਗਿਆਨ ਵਿੱਚ ਅਭੇਦ ਹੋ ਜਾਵੇਂਗਾ। ਸੋ ਇੱਥੇ ਕਮੀ ਵਾਂਸ ਵਿੱਚ ਹੈ।
ਚੰਦਨ ਵਿੱਚ ਨਹੀਂ। ਇੱਥੇ ਕਮੀ ਅਸਿੱਖਾਂ ਵਿੱਚ ਹੈ, ਸਾਖਤਾਂ ਵਿੱਚ ਹੈ, ਮਨਮੁਖਾਂ ਵਿੱਚ ਹੈ। ਜਿਹੜੇ ਆ ਤੇ ਗਏ ਗੁਰੂ ਘਰ ਲੰਗਰ ਪਾਣੀ ਛਕਣ ਪਰ ਸਿੱਖਿਆ ਨਹੀਂ ਧਾਰੀ, ਗੁਰੂ ਦੇ ਬਖਸ਼ੇ ਸਿਧਾਂਤ ਤੇ ਨਹੀਂ ਚੱਲੇ, ਉਹ ਮੁਕਤੀ ਨਹੀਂ ਪਾ ਸਕਦੇ। ਸੋ ਜੇ ਤੂੰ ਡੁੱਬਿਆ ਹੈ ਤੇ ਆਪਣੇ ਵਿਕਾਰਾਂ ਕਰਕੇ ਡੁੱਬ ਰਿਹਾ ਹੈ। ਗੁਰੂ ਵਿੱਚ ਕੋਈ ਅਧੂਰਾਪਨ ਨਹੀਂ ਹੈ, ਗੁਰੂ ਪੂਰਾ ਹੈ। ਜਿਹੜੇ ਗੁਰੂ ਅੱਗੇ ਝੁਕ ਜਾਂਦੇ ਨੇ ਉਹ ਨਜ਼ਾਤ ਪਾਉਂਦੇ ਨੇ, ਰੋਗਾਂ ਸੋਗਾਂ ਤੋਂ ਮੁਕਤ ਹੋ ਜਾਂਦੇ ਨੇ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।